ਅਗਲਾ ਅੰਕ। ਸੂਰਜ ਛੁਪ ਰਿਹਾ ਸੀ ਕਿ ਮੁੰਡੇ ਦੇ ਦਿਲ ਨੇ ਖਤਰੇ ਦੀ ਘੰਟੀ ਖੜਕਾਈ। ਉਹਨਾਂ ਦੇ ਆਲੇ ਦੁਆਲੇ ਬਹੁਤ ਵੱਡੇ ਵੱਡੇ ਟਿੱਬੇ ਸਨ ਅਤੇ ਮੁੰਡੇ ਨੇ ਇਹ ਦੇਖਣ ਲਈ ਧਾਤਸਾਜ਼ ਵੱਲ ਨਜ਼ਰ ਸੁੱਟੀ ਕਿ ਉਸਨੇ ਵੀ ਕੁਝ ਮਹਿਸੂਸ ਕੀਤਾ ਹੈ ਜਾਂ ਨਹੀਂ, ਪਰ ਉਹ ਕਿਸੇ ਵੀ ਖਤਰੇ ਤੋਂ ਅਚੇਤ ਲੱਗਦਾ ਸੀ। 5 ਮਿੰਟਾਂ ਬਾਅਦ ਹੀ ਮੁੰਡੇ ਨੇ ਦੇਖਿਆ ਕਿ 2 ਘੋੜਸਵਾਰ ਉਹਨਾਂ ਦੇ ਸਾਹਮਣੇ ਰਸਤੇ ਵਿੱਚ ਖੜੇ ਸਨ। ਇਸ ਤੋਂ ਪਹਿਲਾਂ ਕਿ ਉਹ ਧਾਤਸਾਜ਼ ਨੂੰ ਕੁਝ ਕਹਿ ਸਕੇ, ਘੋੜਸਵਾਰਾਂ ਦੀ ਗਿਣਤੀ 2 ਤੋਂ ਵੱਧ ਕੇ 10 ਹੋ ਗਈ ਅਤੇ ਫਿਰ 100। ਉਸ ਤੋਂ ਬਾਅਦ ਉਹ ਟਿੱਬਿਆਂ ਵਿੱਚ ਹਰ ਥਾਂ ਦਿਖਾਈ ਦੇਣ ਲੱਗੇ। ਇਹਨਾਂ ਕਬਾਇਲੀਆਂ ਨੇ ਨੀਲੇ ਰੰਗ ਦੇ ਚੋਗੇ ਪਾਏ ਹੋਏ ਸਨ ਅਤੇ ਉਹਨਾਂ ਦੀਆਂ ਪੱਗਾਂ ਦੁਆਲੇ ਕਾਲੇ ਰੰਗ ਦੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਉਹਨਾਂ ਦੇ ਚਿਹਰੇ ਪੀਲੇ ਨਿਕਾਬਾਂ ਹੇਠ ਲੁਕੇ ਹੋਏ ਸਨ ਅਤੇ ਸਿਰਫ ਅੱਖਾਂ ਹੀ ਦਿਖਾਈ ਦਿੰਦੀਆਂ ਸਨ। ਦੂਰੀ ਤੋਂ ਵੀ ਉਹਨਾਂ ਦੀਆਂ ਅੱਖਾਂ ਵਿੱਚੋਂ ਉਹਨਾਂ ਦੀਆਂ ਆਤਮਾਵਾਂ ਦੀ ਮਜ਼ਬੂਤੀ ਝਲਕ ਰਹੀ ਸੀ ਅਤੇ ਉਹਨਾਂ ਦੀਆਂ ਅੱਖਾਂ ਮੌਤ ਦੀਆਂ ਗੱਲਾਂ ਕਰ ਰਹੀਆਂ ਸਨ। ਅਗਲਾ ਅੰਕ। ਦੋਵਾਂ ਨੂੰ ਇੱਕ ਨੇੜਲੇ ਫੌਜੀ ਕੈਂਪ ਵਿੱਚ ਲਿਜਾਇਆ ਗਿਆ। ਇੱਕ ਸਿਪਾਹੀ ਨੇ ਮੁੰਡੇ ਅਤੇ ਧਾਤਸਾਜ਼ ਨੂੰ ਇੱਕ ਤੰਬੂ ਵਿੱਚ ਪਹੁੰਚਾਇਆ, ਜਿੱਥੇ ਕਬੀਲੇ ਦਾ ਮੁਖੀ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਕਰ ਰਿਹਾ ਸੀ। ਇਹ ਦੋਵੇਂ ਜਾਸੂਸ ਹਨ, ਇੱਕ ਜਣੇ ਨੇ ਕਿਹਾ। ਅਸੀਂ ਤਾਂ ਸਿਰਫ ਯਾਤਰੂ ਹਾਂ, ਧਾਤਸਾਜ਼ ਨੇ ਜਵਾਬ ਦਿੱਤਾ। ਤੁਸੀਂ 3 ਦਿਨ ਪਹਿਲਾਂ ਦੁਸ਼ਮਣ ਦੇ ਕੈਂਪ ਕੋਲ ਦੇਖੇ ਗਏ ਸੀ। ਤੁਸੀਂ ਉੱਥੇ ਇੱਕ ਸੈਨਿਕ ਨਾਲ ਗੱਲਾਂ ਵੀ ਕੀਤੀਆਂ ਸਨ, ਧਾਤਸਾਜ਼ ਨੇ ਜਵਾਬ ਦਿੱਤਾ। ਮੈਂ ਤਾਂ ਬਸ ਮਾਰੂਥਲ ਵਿੱਚ ਘੁੰਮਦਾ ਰਹਿੰਦਾ ਹਾਂ ਅਤੇ ਸਿਤਾਰਿਆਂ ਦੀ ਜਾਣਕਾਰੀ ਰੱਖਦਾ ਹਾਂ। ਮੈਨੂੰ ਸੈਨਿਕਾਂ ਬਾਰੇ ਜਾਂ ਕਬੀਲਿਆਂ ਦੀ ਹਿਲਜੁਲ ਬਾਰੇ ਕੁਝ ਪਤਾ ਨਹੀਂ। ਮੈਂ ਤਾਂ ਆਪਣੇ ਨਾਲ ਦੇ ਮਿੱਤਰ ਦੇ ਗਾਈਡ ਦਾ ਕੰਮ ਕਰ ਰਿਹਾ ਹਾਂ। ਤੇਰਾ ਇਹ ਮਿੱਤਰ ਕੌਣ ਹੈ? ਮੁਖੀ ਨੇ ਪੁੱਛਿਆ। ਧਾਤਸਾਜ਼ ਕਹਿਣ ਲੱਗਾ, ਇਹ ਧਾਤਸਾਜ਼ ਹੈ। ਇਹ ਕੁਦਰਤ ਦੀਆਂ ਤਾਕਤਾਂ ਨੂੰ ਸਮਝਦਾ ਹੈ। ਇਹ ਤੁਹਾਨੂੰ ਆਪਣੀਆਂ ਅਸੀਮ ਤਾਕਤਾਂ ਦਿਖਾਉਣਾ ਚਾਹੁੰਦਾ ਹੈ। ਮੁੰਡਾ ਚੁੱਪਚਾਪ ਸੁਣਦਾ ਰਿਹਾ ਅਤੇ ਡਰ ਗਿਆ। ਇੱਕ ਹੋਰ ਆਦਮੀ ਪੁੱਛਣ ਲੱਗਾ, ਇੱਕ ਵਿਦੇਸ਼ੀ ਇੱਥੇ ਕੀ ਕਰ ਰਿਹਾ ਹੈ? ਇਸ ਤੋਂ ਪਹਿਲਾਂ ਕਿ ਮੁੰਡਾ ਇੱਕ ਵੀ ਸ਼ਬਦ ਬੋਲਦਾ, ਧਾਤਸਾਜ਼ ਕਹਿਣ ਲੱਗਾ, ਇਹ ਤੁਹਾਡੇ ਕਬੀਲੇ ਲਈ ਪੈਸੇ ਲੈ ਕੇ ਆਇਆ ਹੈ। ਅਤੇ ਮੁੰਡੇ ਤੋਂ ਪੋਟਲੀ ਖੋਹਦੇ ਹੋਏ ਧਾਤਸਾਜ਼ ਨੇ ਸੋਨੇ ਦੇ ਸਿੱਕੇ ਮੁਖੀ ਨੂੰ ਦੇ ਦਿੱਤੇ। ਅਰਬ ਮੁਖੀ ਨੇ ਬਿਨਾਂ ਕੁਝ ਸ਼ਬਦ ਬੋਲਿਆਂ ਹੀ ਪ੍ਰਵਾਨ ਕਰ ਲਏ। ਇਸ ਦੌਲਤ ਨਾਲ ਕਾਫੀ ਸਾਰੇ ਹਥਿਆਰ ਖਰੀਦੇ ਜਾ ਸਕਦੇ ਸਨ। ਆਖਿਰਕਾਰ ਉਸਨੇ ਪੁੱਛਿਆ, ਇਹ ਧਾਤਸਾਜ਼ ਕੀ ਹੁੰਦਾ ਹੈ? ਧਾਤਸਾਜ਼ ਉਹ ਆਦਮੀ ਹੁੰਦਾ ਹੈ ਜਿਹੜਾ ਕੁਦਰਤ ਅਤੇ ਸੰਸਾਰ ਨੂੰ ਸਮਝਦਾ ਹੈ। ਜੇ ਉਹ ਚਾਹਵੇ ਤਾਂ ਉਹ ਸਿਰਫ ਹਵਾ ਦੀ ਤਾਕਤ ਨਾਲ ਹੀ ਇਸ ਕੈਂਪ ਨੂੰ ਤਬਾਹ ਕਰ ਸਕਦਾ ਹੈ। ਬੰਦੇ ਹੱਸ ਪਏ। ਉਹ ਜੰਗ ਦੀ ਮਾਰ ਧਾੜ ਤੋਂ ਵਾਕਿਫ ਸਨ ਅਤੇ ਜਾਣਦੇ ਸਨ ਕਿ ਹਵਾ ਉਹਨਾਂ ਨੂੰ ਮਾਰ ਨਹੀਂ ਸਕਦੀ। ਫਿਰ ਵੀ ਹਰੇਕ ਦੇ ਦਿਲ ਦੀ ਧੜਕਣ ਰਤਾ ਕੁ ਤੇਜ਼ ਹੋ ਗਈ। ਉਹ ਮਾਰੂਥਲ ਦੇ ਆਦਮੀ ਸਨ ਅਤੇ ਤਾਂਤਰਿਕਾਂ ਤੋਂ ਡਰਦੇ ਸਨ। ਮੁਖੀ ਕਹਿਣ ਲੱਗਾ, ਮੈਂ ਚਾਹੁੰਦਾ ਹਾਂ ਕਿ ਇਹ ਕਰਕੇ ਦਿਖਾਵੇ। ਧਾਤਸਾਜ਼ ਨੇ ਜਵਾਬ ਦਿੱਤਾ, ਇਸ ਨੂੰ 3 ਦਿਨ ਚਾਹੀਦੇ ਹਨ। ਇਹ ਆਪਣੇ ਆਪ ਨੂੰ ਹਵਾ ਵਿੱਚ ਤਬਦੀਲ ਕਰ ਲਵੇਗਾ ਤਾਂ ਕਿ ਤੁਹਾਨੂੰ ਆਪਣੀਆਂ ਤਾਕਤਾਂ ਦਿਖਾ ਸਕੇ। ਜੇ ਇਹ ਅਜਿਹਾ ਨਾ ਕਰ ਸਕਿਆ ਤਾਂ ਅਸੀਂ ਨਿਮਰਤਾ ਨਾਲ ਤੁਹਾਡੇ ਕਬੀਲੇ ਦੀ ਸ਼ਾਨ ਵਿੱਚ ਆਪਣੀਆਂ ਜ਼ਿੰਦਗੀਆਂ ਭੇਟ ਕਰ ਦੇਵਾਂਗੇ। ਤੁਸੀਂ ਮੈਨੂੰ ਐਸੀ ਕੋਈ ਚੀਜ਼ ਭੇਟ ਨਹੀਂ ਕਰ ਸਕਦੇ ਜਿਹੜੀ ਪਹਿਲਾਂ ਹੀ ਮੇਰੀ ਹੈ, ਮੁਖੀ ਨੇ ਹੰਕਾਰ ਨਾਲ ਕਿਹਾ, ਪਰ ਉਸਨੇ ਯਾਤਰੂਆਂ ਨੂੰ 3 ਦਿਨ ਦਾ ਸਮਾਂ ਦੇ ਦਿੱਤਾ। ਮੁੰਡਾ ਡਰ ਨਾਲ ਕੰਬ ਰਿਹਾ ਸੀ, ਪਰ ਧਾਤਸਾਜ਼ ਨੇ ਉਸਨੂੰ ਫੜ ਕੇ ਤੰਬੂ ਤੋਂ ਬਾਹਰ ਕੱਢ ਲਿਆ। ਉਹ ਕਹਿਣ ਲੱਗਾ, ਉਹਨਾਂ ਨੂੰ ਇਹ ਦੇਖਣ ਨਾ ਦੇਵੀਂ ਕਿ ਤੂੰ ਡਰ ਗਿਆ ਹੈ। ਉਹ ਬਹਾਦਰ ਆਦਮੀ ਹਨ ਅਤੇ ਬੁਜ਼ਦਿਲਾਂ ਨੂੰ ਨਫ਼ਰਤ ਕਰਦੇ ਹਨ। ਪਰ ਮੁੰਡੇ ਵਿੱਚ ਬੋਲਣ ਦੀ ਵੀ ਸਮਰੱਥਾ ਨਹੀਂ ਸੀ। ਜਦੋਂ ਉਹ ਕੈਂਪ ਤੋਂ ਪਾਰ ਲੰਘ ਆਏ ਤਾਂ ਹੀ ਉਹ ਥੋੜਾ ਜਿਹਾ ਬੋਲਣ ਦੇ ਯੋਗ ਹੋ ਸਕਿਆ। ਉਹਨਾਂ ਨੂੰ ਕੈਦ ਕਰਨ ਦੀ ਕੋਈ ਲੋੜ ਨਹੀਂ ਸੀ ਸਮਝੀ। ਅਰਬਾਂ ਨੇ ਉਹਨਾਂ ਦੇ ਘੋੜੇ ਜ਼ਬਤ ਕਰ ਲਏ ਸਨ। ਇਸ ਤਰ੍ਹਾਂ ਇੱਕ ਵਾਰ ਫਿਰ ਸੰਸਾਰ ਨੇ ਆਪਣੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚੋਂ ਇੱਕ ਭਾਸ਼ਾ ਦਾ ਪ੍ਰਗਟਾਵਾ ਕੀਤਾ ਸੀ। ਕੁਝ ਪਲ ਪਹਿਲਾਂ ਹੀ ਮਾਰੂਥਲ ਅਨੰਤ ਅਤੇ ਆਜ਼ਾਦ ਸੀ ਅਤੇ ਹੁਣ ਇੱਕ ਐਸੀ ਕੰਧ ਬਣ ਗਿਆ ਸੀ ਜਿਸ ਵਿੱਚ ਦੀ ਪਾਰ ਲੰਘਣਾ ਅਸੰਭਵ ਸੀ। ਮੁੰਡਾ ਕਹਿਣ ਲੱਗਾ, ਤੂੰ ਉਹਨਾਂ ਨੂੰ ਮੇਰੀ ਸਾਰੀ ਦੌਲਤ ਦੇ ਦਿੱਤੀ ਹੈ। ਇਹ ਦੌਲਤ ਮੈਂ ਆਪਣੀ ਸਾਰੀ ਜ਼ਿੰਦਗੀ ਦੌਰਾਨ ਕਮਾਈ ਸੀ। ਧਾਤਸਾਜ਼ ਨੇ ਜਵਾਬ ਦਿੱਤਾ, ਜੇ ਤੂੰ ਮਰ ਹੀ ਜਾਂਦਾ ਤਾਂ ਇਹ ਦੌਲਤ ਤੇਰੇ ਕਿਸ ਕੰਮ ਆਉਂਦੀ?
ਤੇਰੀ ਦੌਲਤ ਨੇ ਸਾਨੂੰ 3 ਦਿਨ ਲਈ ਬਚਾ ਲਿਆ ਹੈ। ਇਸ ਤਰ੍ਹਾਂ ਬਹੁਤੀ ਵਾਰ ਨਹੀਂ ਹੁੰਦਾ ਕਿ ਦੌਲਤ ਕਿਸੇ ਬੰਦੇ ਦੀ ਜ਼ਿੰਦਗੀ ਬਚਾ ਲਵੇ। ਪਰ ਮੁੰਡਾ ਇੰਨਾ ਡਰਿਆ ਹੋਇਆ ਸੀ ਕਿ ਉਹ ਸਿਆਣਪ ਦੇ ਸ਼ਬਦਾਂ ਨੂੰ ਨਹੀਂ ਸੀ ਸੁਣ ਰਿਹਾ। ਉਹਨੂੰ ਤਾਂ ਸਮਝ ਨਹੀਂ ਸੀ ਆ ਰਹੀ ਕਿ ਉਹ ਆਪਣੇ ਆਪ ਨੂੰ ਹਵਾ ਵਿੱਚ ਕਿਵੇਂ ਬਦਲੇਗਾ। ਉਹ ਤਾਂ ਧਾਨਸਾਜ ਨਹੀਂ ਸੀ। ਧਾਨਸਾਜ ਨੇ ਸਿਪਾਹੀਆਂ ਤੋਂ ਕੁਝ ਚਾਹ ਮੰਗੀ ਅਤੇ ਇਸ ਚਾਹ ਦਾ ਕੁਝ ਹਿੱਸਾ ਮੁੰਡੇ ਦੇ ਗੁੱਟਾਂ ਤੇ ਛਿੜਕਿਆ। ਇੱਕਦਮ ਹੀ ਉਸਦੇ ਅੰਦਰ ਰਾਹਤ ਦੀ ਲਹਿਰ ਮਹਿਸੂਸ ਹੋਈ ਅਤੇ ਧਾਨਸਾਜ ਨੇ ਕੁਝ ਸ਼ਬਦ ਬੋਲੇ ਜਿਨ੍ਹਾਂ ਦੇ ਮੁੰਡੇ ਨੂੰ ਸਮਝ ਨਾ ਆਈ। ਧਾਨਸਾਜ ਨੇ ਬਿਲਕੁਲ ਹੀ ਅਜੀਬ ਅਤੇ ਨਰਮ ਆਵਾਜ਼ ਵਿੱਚ ਕਿਹਾ, ਆਪਣੇ ਖੌਫ ਸਾਹਮਣੇ ਹਥਿਆਰ ਨਾ ਸੁੱਟੀ। ਜੇ ਤੂੰ ਇਸ ਤਰ੍ਹਾਂ ਕੀਤਾ ਤਾਂ ਤੂੰ ਕਦੇ ਵੀ ਆਪਣੇ ਦਿਲ ਦੀ ਗੱਲ ਨਹੀਂ ਸੁਣ ਸਕੇਗਾ। ਪਰ ਮੈਨੂੰ ਤਾਂ ਇਹ ਬਿਲਕੁਲ ਹੀ ਨਹੀਂ ਪਤਾ ਕਿ ਮੈਂ ਆਪਣੇ ਆਪ ਨੂੰ ਹਵਾ ਵਿੱਚ ਕਿਵੇਂ ਬਦਲਣਾ ਹੈ। ਜੇ ਕੋਈ ਬੰਦਾ ਆਪਣੀ ਹੋਣੀ ਨੂੰ ਜੀ ਰਿਹਾ ਹੋਵੇ ਤਾਂ ਉਸਨੂੰ ਉਹ ਹਰ ਗੱਲ ਪਤਾ ਹੁੰਦੀ ਹੈ ਜਿਹੜੀ ਉਸਨੂੰ ਪਤਾ ਹੋਣੀ ਚਾਹੀਦੀ ਹੈ। ਸਿਰਫ ਇੱਕੋ ਇੱਕ ਹੀ ਚੀਜ਼ ਹੈ ਜਿਹੜੀ ਕਿਸੇ ਸੁਪਨੇ ਦੀ ਪ੍ਰਾਪਤੀ ਨੂੰ ਅਸੰਭਵ ਬਣਾਉਂਦੀ ਹੈ ਅਤੇ ਉਹ ਹੁੰਦੀ ਹੈ ਅਸਫਲਤਾ ਦਾ ਡਰ। ਮੈਂ ਅਸਫਲ ਹੋਣ ਤੋਂ ਨਹੀਂ ਡਰਦਾ, ਪਰ ਮੈਨੂੰ ਇਹ ਹੀ ਪਤਾ ਨਹੀਂ ਕਿ ਮੈਂ ਆਪਣੇ ਆਪ ਨੂੰ ਹਵਾ ਵਿੱਚ ਕਿਵੇਂ ਬਦਲ ਸਕਾਂਗਾ। ਪਰ ਤੈਨੂੰ ਸਿੱਖਣਾ ਪਏਗਾ। ਤੇਰੀ ਜ਼ਿੰਦਗੀ ਇਸ ਗੱਲ ਤੇ ਨਿਰਭਰ ਕਰਦੀ ਹੈ। ਪਰ ਮੈਂ ਜੇ ਇਸ ਤਰ੍ਹਾਂ ਨਾ ਕਰ ਸਕਿਆ ਤਾਂ ਫਿਰ ਤੂੰ ਆਪਣੀ ਹੋਣੀ ਦੀ ਭਾਲ ਦੇ ਯਤਨ ਕਰਦਾ ਹੋਇਆ ਮਰ ਜਾਏਗਾ। ਇਸ ਤਰ੍ਹਾਂ ਮਰਨਾ ਉਹਨਾਂ ਕਰੋੜਾਂ ਹੋਰ ਲੋਕਾਂ ਦੇ ਮਰਨ ਨਾਲੋਂ ਕਿਤੇ ਚੰਗਾ ਹੈ ਜਿਨ੍ਹਾਂ ਨੂੰ ਕਦੇ ਵੀ ਇਹ ਪਤਾ ਨਹੀਂ ਲੱਗਦਾ ਕਿ ਉਹਨਾਂ ਦੀਆਂ ਹੋਣੀਆਂ ਕਿੱਥੇ ਹਨ। ਪਰ ਚਿੰਤਾ ਨਾ ਕਰ, ਅਕਸਰ ਹੀ ਮੌਤ ਦਾ ਡਰ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਬਾਰੇ ਵਧੇਰੇ ਚੌਕਸ ਕਰ ਦਿੰਦਾ ਹੈ। ਅਗਲਾ ਅੰਕ। ਪਹਿਲਾ ਦਿਨ ਲੰਘ ਗਿਆ। ਲਾਗੇ ਹੀ ਕਿਤੇ ਬਹੁਤ ਵੱਡੀ ਲੜਾਈ ਹੋਈ ਸੀ ਅਤੇ ਬਹੁਤ ਸਾਰੇ ਜ਼ਖਮੀ ਸੈਨਿਕ ਕੈਂਪ ਵਿੱਚ ਵਾਪਸ ਪਹੁੰਚੇ ਸਨ। ਮਰੇ ਹੋਏ ਸੈਨਿਕਾਂ ਦੀ ਥਾਂ ਹੋਰ ਸੈਨਿਕ ਆ ਗਏ ਸਨ ਅਤੇ ਜ਼ਿੰਦਗੀ ਚੱਲ ਰਹੀ ਸੀ। ਮੁੰਡੇ ਨੇ ਸੋਚਿਆ ਮੌਤ ਨਾਲ ਕੁਝ ਵੀ ਨਹੀਂ ਬਦਲਦਾ। ਇੱਕ ਸੈਨਿਕ ਨੇ ਆਪਣੇ ਸਾਥੀ ਦੀ ਲਾਸ਼ ਨੂੰ ਕਿਹਾ, ਤੂੰ ਠਹਿਰ ਕੇ ਮਰ ਸਕਦਾ ਸੀ। ਤੂੰ ਉਦੋਂ ਮਰ ਸਕਦਾ ਸੀ ਜਦੋਂ ਅਮਨ ਦਾ ਐਲਾਨ ਹੋ ਜਾਂਦਾ, ਪਰ ਫਿਰ ਵੀ ਤੈਨੂੰ ਮਰਨਾ ਤਾਂ ਪੈਣਾ ਹੀ ਸੀ। ਦਿਨ ਦੇ ਖਾਤਮੇ ਤੇ ਮੁੰਡਾ ਧਾਨਸਾਜ ਨੂੰ ਲੱਭਣ ਗਿਆ ਜਿਹੜਾ ਆਪਣੇ ਬਾਜ ਨੂੰ ਲੈ ਕੇ ਮਾਰੂਥਲ ਵਿੱਚ ਗਿਆ ਹੋਇਆ ਸੀ। ਮੈਨੂੰ ਤਾਂ ਹਜੇ ਤੱਕ ਵੀ ਨਹੀਂ ਪਤਾ ਕਿ ਮੈਂ ਆਪਣੇ ਆਪ ਨੂੰ ਹਵਾ ਵਿੱਚ ਕਿਵੇਂ ਤਬਦੀਲ ਕਰਾਂ, ਮੁੰਡੇ ਨੇ ਦੁਹਰਾਇਆ। ਜੋ ਮੈਂ ਤੈਨੂੰ ਕਿਹਾ ਹੈ ਉਹ ਚੇਤੇ ਰੱਖ। ਇਹ ਸੰਸਾਰ ਅੱਲਾ ਦਾ ਸਿਰਫ ਦਿਖਾਈ ਦੇਣ ਵਾਲਾ ਪਹਿਲੂ ਹੈ ਅਤੇ ਧਾਨਸਾਜੀ ਸਿਰਫ ਇਹ ਕਰਦੀ ਹੈ ਕਿ ਇਸ ਆਤਮਿਕ ਸੰਪੂਰਨਤਾ ਨੂੰ ਪਦਾਰਥਿਕ ਅਸੰਪੂਰਨਤਾ ਨਾਲ ਮਿਲਾ ਦਿੰਦੀ ਹੈ। ਤੁਸੀਂ ਕੀ ਕਰ ਰਹੇ ਹੋ? ਆਪਣੇ ਬਾਜ ਨੂੰ ਖਾਣਾ ਖਿਲਾ ਰਿਹਾ ਹਾਂ। ਜੇ ਮੈਂ ਆਪਣੇ ਆਪ ਨੂੰ ਹਵਾ ਵਿੱਚ ਤਬਦੀਲ ਨਾ ਕਰ ਸਕਿਆ ਤਾਂ ਅਸੀਂ ਸਾਰੇ ਹੀ ਮਾਰ ਦਿੱਤੇ ਜਾਵਾਂਗੇ। ਤਾਂ ਫਿਰ ਬਾਜ ਨੂੰ ਖਾਣਾ ਖਿਲਾਉਣ ਦੀ ਕੀ ਲੋੜ ਹੈ? ਧਾਨਸਾਜ ਕਹਿਣ ਲੱਗਾ, ਮਰੇਗਾ ਸਿਰਫ ਤੂੰ ਹੀ। ਮੈਂ ਤਾਂ ਪਹਿਲਾਂ ਹੀ ਜਾਣਦਾ ਹਾਂ ਕਿ ਆਪਣੇ ਆਪ ਨੂੰ ਹਵਾ ਵਿੱਚ ਕਿਵੇਂ ਬਦਲਣਾ ਹੈ। ਅਗਲਾ ਅੰਕ। ਦੂਜੇ ਦਿਨ ਮੁੰਡਾ ਕੈਂਪ ਦੇ ਨੇੜੇ ਇੱਕ ਪਹਾੜੀ ਦੇ ਸਿਖਰ ਤੇ ਚੜ੍ਹ ਗਿਆ। ਸੰਤਰੀਆਂ ਨੇ ਉਸ ਨੂੰ ਜਾਣ ਦਿੱਤਾ ਕਿਉਂਕਿ ਉਹਨਾਂ ਪਹਿਲਾਂ ਹੀ ਐਸੇ ਤਾਂਤਰਿਕ ਬਾਰੇ ਸੁਣ ਰੱਖਿਆ ਸੀ ਜਿਹੜਾ ਆਪਣੇ ਆਪ ਨੂੰ ਹਵਾ ਵਿੱਚ ਬਦਲ ਸਕਦਾ ਸੀ ਅਤੇ ਉਸ ਦੇ ਨੇੜੇ ਨਹੀਂ ਸਨ ਜਾਣਾ ਚਾਹੁੰਦੇ। ਵੈਸੇ ਵੀ ਮਾਰੂਥਲ ਵਿੱਚੋਂ ਦੀ ਲੰਘ ਸਕਣਾ ਅਸੰਭਵ ਸੀ। ਉਸਨੇ ਦੂਜੇ ਦਿਨ ਦੀ ਸਾਰੀ ਸ਼ਾਮ ਮਾਰੂਥਲ ਨੂੰ ਦੇਖਦਿਆਂ ਅਤੇ ਆਪਣੇ ਦਿਲ ਦੀ ਧੜਕਣ ਨੂੰ ਸੁਣਦਿਆਂ ਬਿਤਾਈ। ਮੁੰਡਾ ਜਾਣਦਾ ਸੀ ਕਿ ਮਾਰੂਥਲ ਨੇ ਉਸਦੇ ਡਰ ਨੂੰ ਮਹਿਸੂਸ ਕਰ ਲਿਆ ਹੈ। ਦੋਵੇਂ ਜਣੇ ਹੀ ਇੱਕੋ ਭਾਸ਼ਾ ਬੋਲ ਰਹੇ ਸਨ। ਅਗਲਾ ਅੰਕ। ਤੀਜੇ ਦਿਨ ਮੁਖੀਆ ਨੇ ਆਪਣੇ ਅਫਸਰਾਂ ਦੀ ਮੀਟਿੰਗ ਸੱਦੀ। ਉਸਨੇ ਧਾਨਸਾਜ ਨੂੰ ਸੱਦਿਆ ਤੇ ਕਿਹਾ, ਚਲੋ ਜਾ ਕੇ ਮੁੰਡੇ ਨੂੰ ਹਵਾ ਵਿੱਚ ਬਦਲਦਾ ਦੇਖੀਏ। ਚਲੋ, ਧਾਨਸਾਜ ਨੇ ਜਵਾਬ ਦਿੱਤਾ। ਮੁੰਡਾ ਉਹਨਾਂ ਨੂੰ ਉਸੇ ਚੋਟੀ ਤੇ ਲੈ ਗਿਆ ਜਿੱਥੇ ਉਹ ਪਹਿਲੇ ਦਿਨ ਬੈਠਾ ਰਿਹਾ ਸੀ। ਉਸਨੇ ਸਾਰਿਆਂ ਨੂੰ ਬੈਠਣ ਲਈ ਕਿਹਾ। ਇਸ ਕੰਮ ਵਿੱਚ ਕੁਝ ਸਮਾਂ ਲੱਗੇਗਾ, ਮੁੰਡੇ ਨੇ ਕਿਹਾ। ਮੁਖੀ ਨੇ ਜਵਾਬ ਦਿੱਤਾ, ਸਾਨੂੰ ਕੋਈ ਕਾਹਲੀ ਨਹੀਂ, ਅਸੀਂ ਮਾਰੂਥਲ ਦੇ ਬੰਦੇ ਹਾਂ। ਮੁੰਡੇ ਨੇ ਦੂਰ ਧਰਤੀ ਅਤੇ ਅਸਮਾਨ ਦੇ ਸੁਮੇਲ ਵੱਲ ਦੇਖਿਆ। ਦੂਰ ਪਹਾੜ ਦਿਖਾਈ ਦਿੰਦੇ ਸਨ ਅਤੇ ਨਾਲ ਹੀ ਬਹੁਤ ਸਾਰੇ ਟਿੱਬੇ, ਪਹਾੜੀਆਂ ਅਤੇ ਐਸੇ ਪੌਦੇ ਦਿਖਾਈ ਦਿੰਦੇ ਸਨ ਜਿਹੜੇ ਕਹਿ ਰਹੇ ਸਨ ਕਿ ਜਿਸ ਥਾਂ ਤੇ ਬਚੇ ਰਹਿਣਾ ਅਸੰਭਵ ਹੋਵੇ ਉੱਥੇ ਹੀ ਜਿਉਂਦਾ ਰਹਿਣਾ ਚਾਹੀਦਾ ਹੈ। ਇਹ ਉਹੀ ਮਾਰੂਥਲ ਸੀ ਜਿੱਥੇ ਉਹ ਕਈ ਮਹੀਨਿਆਂ ਤੋਂ ਘੁੰਮਦਾ ਚੱਲਿਆ ਆ ਰਿਹਾ ਸੀ।
ਇੰਨਾ ਸਮਾਂ ਬੀਤਣ ਦੇ ਬਾਵਜੂਦ ਉਹ ਇਸ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਜਾਣ ਸਕਿਆ ਸੀ। ਇਸੇ ਸਮੇਂ ਦੌਰਾਨ ਹੀ ਉਸ ਨੂੰ ਇੱਕ ਅੰਗਰੇਜ਼ ਮਿਲਿਆ ਸੀ, ਕਾਫਲੇ ਮਿਲੇ ਸਨ, ਕਬੀਲਿਆਂ ਦੀਆਂ ਜੰਗਾਂ ਮਿਲੀਆਂ ਸਨ ਅਤੇ ਇੱਕ ਐਸਾ ਨਕਲੀ ਸਥਾਨ ਵੀ ਮਿਲਿਆ ਸੀ ਜਿਸ ਵਿੱਚ 50,000 ਖੰਜੂਰ ਦੇ ਦਰਖਤ ਅਤੇ 300 ਖੂਹ ਸਨ। ਮਾਰੂਥਲ ਨੇ ਉਸ ਨੂੰ ਪੁੱਛਿਆ, ਤੈਨੂੰ ਅੱਜ ਇੱਥੇ ਕੀ ਚਾਹੀਦਾ ਹੈ? ਕੀ ਤੂੰ ਮੇਰੇ ਵੱਲ ਦੇਖਦਿਆਂ ਕੱਲ ਕਾਫੀ ਸਮਾਂ ਨਹੀਂ ਸੀ ਬਤਾਇਆ? ਮੁੰਡਾ ਕਹਿਣ ਲੱਗਾ, ਕਿਤੇ ਨਾ ਕਿਤੇ ਤੇਰੇ ਕੋਲ ਕੋਈ ਐਸਾ ਵਿਅਕਤੀ ਹੈ ਜਿਸ ਨੂੰ ਮੈਂ ਪਿਆਰ ਕਰਦਾ ਹਾਂ, ਇਸ ਲਈ ਜਦੋਂ ਮੈਂ ਤੇਰੀ ਰੇਤ ਵੱਲ ਦੇਖਦਾ ਹਾਂ ਉਦੋਂ ਮੈਂ ਉਸ ਕੁੜੀ ਵੱਲ ਵੀ ਦੇਖ ਰਿਹਾ ਹੁੰਦਾ ਹਾਂ। ਮੈਂ ਉਸ ਕੋਲ ਵਾਪਸ ਜਾਣਾ ਚਾਹੁੰਦਾ ਹਾਂ ਅਤੇ ਮੈਨੂੰ ਤੇਰੀ ਮਦਦ ਚਾਹੀਦੀ ਹੈ ਤਾਂ ਕਿ ਮੈਂ ਆਪਣੇ ਆਪ ਨੂੰ ਹਵਾ ਵਿੱਚ ਬਦਲ ਸਕਾਂ। ਪਿਆਰ ਕੀ ਹੈ? ਮਾਰੂਥਲ ਨੇ ਪੁੱਛਿਆ। ਪਿਆਰ ਤੇਰੀ ਰੇਤ ਤੇ ਬਾਜ਼ ਦੀ ਉਡਾਨ ਹੈ। ਉਸੇ ਕਰਕੇ ਹੀ ਤੇਰੇ ਤੇ ਕੁਝ ਹਰਿਆਲੀ ਹੈ। ਜਿੱਥੋਂ ਉਹ ਸਦਾ ਹੀ ਸ਼ਿਕਾਰ ਲੈ ਕੇ ਵਾਪਸ ਪਰਤਦਾ ਹੈ, ਉਹ ਤੇਰਿਆਂ ਪੱਥਰਾਂ, ਤੇਰਿਆਂ ਟਿੱਬਿਆਂ ਅਤੇ ਤੇਰਿਆਂ ਪਹਾੜਾਂ ਨੂੰ ਜਾਣਦਾ ਹੈ ਅਤੇ ਤੂੰ ਉਸ ਪ੍ਰਤੀ ਬੜਾ ਦਿਆਲੂ ਹੈ। ਮਾਰੂਥਲ ਕਹਿਣ ਲੱਗਾ, ਬਾਜ਼ ਦੀ ਚੁੰਝ ਜੋ ਕੁਝ ਵੀ ਲੈ ਕੇ ਆਉਂਦੀ ਹੈ ਉਹ ਮੇਰਾ ਹੀ ਤਾਂ ਹਿੱਸਾ ਹੁੰਦੀ ਹੈ। ਕਈ ਸਾਲਾਂ ਤੋਂ ਮੈਂ ਉਹਦੇ ਸ਼ਿਕਾਰ ਦਾ ਧਿਆਨ ਰੱਖਦਾ ਆ ਰਿਹਾ ਹਾਂ ਅਤੇ ਜਿਹੜਾ ਥੋੜਾ ਜਿਹਾ ਪਾਣੀ ਮੇਰੇ ਕੋਲ ਹੈ ਉਹ ਉਸ ਨੂੰ ਪਿਲਾਉਂਦਾ ਆ ਰਿਹਾ ਹਾਂ। ਮੈਂ ਹੀ ਉਸ ਨੂੰ ਦੱਸਦਾ ਹਾਂ ਕਿ ਸ਼ਿਕਾਰ ਕਿੱਥੇ ਹੈ ਅਤੇ ਆਖਿਰਕਾਰ ਜਦੋਂ ਇੱਕ ਦਿਨ ਮੈਂ ਇਸ ਗੱਲ ਤੇ ਖੁਸ਼ ਹੋ ਰਿਹਾ ਹੁੰਦਾ ਹਾਂ ਕਿ ਮੇਰੀ ਸਤ੍ਹਾ ਤੇ ਉਸ ਦਾ ਸ਼ਿਕਾਰ ਪਲ ਰਿਹਾ ਹੈ, ਬਾਜ਼ ਅਸਮਾਨ ਵਿੱਚੋਂ ਚੁੱਭੀ ਮਾਰਦਾ ਹੈ ਤੇ ਉਸ ਸਭ ਕਾਸੇ ਨੂੰ ਲੈ ਜਾਂਦਾ ਹੈ ਜੋ ਮੈਂ ਸਿਰਜਿਆ ਹੁੰਦਾ ਹੈ। ਮੁੰਡੇ ਨੇ ਜਵਾਬ ਦਿੱਤਾ, ਪਰ ਤੂੰ ਇਸੇ ਮਕਸਦ ਲਈ ਤਾਂ ਸ਼ਿਕਾਰ ਕੀਤੇ ਜਾਣ ਵਾਲੇ ਜਾਨਵਰ ਪੈਦਾ ਕੀਤੇ ਹੁੰਦੇ ਹਨ ਤਾਂ ਕਿ ਤੂੰ ਬਾਜ਼ ਨੂੰ ਖੁਰਾਕ ਦੇ ਸਕੇ। ਇਹੀ ਬਾਜ਼ ਬਾਅਦ ਵਿੱਚ ਆਦਮੀਆਂ ਨੂੰ ਖੁਰਾਕ ਪਹੁੰਚਾਉਂਦਾ ਹੈ ਅਤੇ ਆਖਿਰਕਾਰ ਮਨੁੱਖ ਤੇਰੀ ਰੇਤਾਂ ਨੂੰ ਖੁਰਾਕ ਪਹੁੰਚਾਏਗਾ ਜਿੱਥੇ ਇੱਕ ਵਾਰ ਫਿਰ ਜੀਵ ਜੰਤੂ ਪੈਦਾ ਹੋਣਗੇ। ਇਸੇ ਤਰ੍ਹਾਂ ਹੀ ਤਾਂ ਸੰਸਾਰ ਚੱਲਦਾ ਰਹਿੰਦਾ ਹੈ। ਤਾਂ ਕਿ ਪਿਆਰ ਇਸੇ ਨੂੰ ਕਹਿੰਦੇ ਹਨ? ਹਾਂ, ਇਹੀ ਪਿਆਰ ਹੈ। ਇਹੀ ਹੈ ਜਿਹੜਾ ਜਾਨਵਰਾਂ ਨੂੰ ਬਾਜ਼ ਬਣਨ, ਬਾਜ਼ ਨੂੰ ਮਨੁੱਖ ਬਣਨ ਅਤੇ ਆਖਿਰਕਾਰ ਮਨੁੱਖ ਨੂੰ ਮਾਰੂਥਲ ਬਣਨ ਵਿੱਚ ਮਦਦ ਕਰਦਾ ਹੈ। ਇਹੀ ਸਿੱਕੇ ਨੂੰ ਸੋਨੇ ਵਿੱਚ ਬਦਲਦਾ ਹੈ ਅਤੇ ਫਿਰ ਸੋਨੇ ਨੂੰ ਮੁੜ ਧਰਤੀ ਵਿੱਚ ਰਲ ਜਾਣ ਦਿੰਦਾ ਹੈ। ਮੈਨੂੰ ਤੇਰੀਆਂ ਗੱਲਾਂ ਸਮਝ ਨਹੀਂ ਆ ਰਹੀਆਂ, ਮਾਰੂਥਲ ਨੇ ਕਿਹਾ, ਪਰ ਤੂੰ ਘੱਟੋ ਘੱਟ ਇਹ ਗੱਲ ਸਮਝ ਹੀ ਸਕਦਾ ਹੈ ਕਿ ਤੇਰੀ ਰੇਤ ਤੇ ਕਿਤੇ ਇੱਕ ਔਰਤ ਮੇਰੀ ਉਡੀਕ ਕਰ ਰਹੀ ਹੈ। ਇਸੇ ਕਰਕੇ ਹੀ ਮੈਨੂੰ ਆਪਣੇ ਆਪ ਨੂੰ ਹਵਾ ਵਿੱਚ ਬਦਲਣਾ ਪੈਣਾ ਹੈ। ਮਾਰੂਥਲ ਨੇ ਕੁਝ ਪਲ ਤੱਕ ਉਸ ਦਾ ਕੋਈ ਜਵਾਬ ਨਾ ਦਿੱਤਾ। ਫਿਰ ਇਹ ਕਹਿਣ ਲੱਗਾ, ਜੇ ਤੂੰ ਮੇਰੀ ਰੇਤ ਨੂੰ ਇਸ ਗੱਲ 'ਚ ਮਦਦ ਕਰੇ ਕਿ ਇਹ ਹਵਾ ਨੂੰ ਚੱਲਣ ਵਿੱਚ ਮਦਦ ਕਰੇ ਤਾਂ ਹੀ ਕੁਝ ਹੋ ਸਕਦਾ ਹੈ, ਪਰ ਮੈਂ ਇਕੱਲਿਆਂ ਕੁਝ ਨਹੀਂ ਕਰ ਸਕਦਾ। ਤੂੰ ਹਵਾ ਤੋਂ ਮਦਦ ਮੰਗ ਸਕਦਾ ਹੈ। ਹਲਕੀ ਹਲਕੀ ਹਵਾ ਚੱਲਣ ਲੱਗ ਪਈ ਸੀ। ਕਬਾਇਲੀ ਲੋਕ ਦੂਰ ਬੈਠੇ ਮੁੰਡੇ ਵੱਲ ਦੇਖ ਰਹੇ ਸਨ ਅਤੇ ਐਸੀ ਭਾਸ਼ਾ ਵਿੱਚ ਗੱਲਾਂ ਕਰ ਰਹੇ ਸਨ ਜਿਸ ਨੂੰ ਮੁੰਡਾ ਨਹੀਂ ਸੀ ਸਮਝ ਸਕਦਾ। ਧਾਨਸਾਜ ਮੁਸਕਰਾਇਆ। ਹਵਾ ਮੁੰਡੇ ਦੇ ਕੋਲ ਪਹੁੰਚੀ ਅਤੇ ਉਸਦੇ ਚਿਹਰੇ ਨੂੰ ਛੂਹਿਆ। ਇਸਨੇ ਮੁੰਡੇ ਵੱਲੋਂ ਮਾਰੂਥਲ ਨਾਲ ਕੀਤੀ ਹੋਈ ਗੱਲ ਪਤਾ ਸੀ, ਕਿਉਂਕਿ ਹਵਾਵਾਂ ਨੂੰ ਸਭ ਕੁਝ ਪਤਾ ਹੁੰਦਾ ਹੈ। ਉਹਨਾਂ ਦਾ ਕੋਈ ਜਨਮ ਸਥਾਨ ਨਹੀਂ ਅਤੇ ਕੋਈ ਮਰਨ ਸਥਾਨ ਨਹੀਂ, ਇਸ ਲਈ ਉਹ ਸਾਰੇ ਸੰਸਾਰ ਵਿੱਚ ਵਹਿੰਦੀਆਂ ਰਹਿੰਦੀਆਂ ਹਨ। ਮੁੰਡਾ ਕਹਿਣ ਲੱਗਾ, ਮੇਰੀ ਮਦਦ ਕਰ। ਇੱਕ ਦਿਨ ਤੂੰ ਮੇਰੀ ਪ੍ਰੇਮਿਕਾ ਦੀ ਆਵਾਜ਼ ਮੇਰੇ ਤੱਕ ਲੈ ਕੇ ਆਈ ਸੀ। ਤੈਨੂੰ ਮਾਰੂਥਲ ਅਤੇ ਹਵਾ ਦੀ ਭਾਸ਼ਾ ਕਿਸਨੇ ਬੋਲਣੀ ਸਿਖਾਈ? ਮੇਰੇ ਦਿਲ ਨੇ, ਮੁੰਡੇ ਦਾ ਜਵਾਬ ਸੀ। ਹਵਾ ਦੇ ਬਹੁਤ ਸਾਰੇ ਨਾਮ ਸਨ। ਸੰਸਾਰ ਦੇ ਇਨ੍ਹਾਂ ਭਾਗਾਂ ਵਿੱਚ ਇਸ ਨੂੰ ਸਹਿਰਾਈ ਕਿਹਾ ਜਾਂਦਾ ਸੀ ਕਿਉਂਕਿ ਇਸ ਵਿੱਚ ਪੂਰਬ 'ਚ ਸਥਿਤ ਸਮੁੰਦਰਾਂ ਦੀ ਨਮੀ ਵੀ ਸ਼ਾਮਲ ਹੁੰਦੀ ਸੀ। ਜਿਸ ਦੂਰ ਦੀ ਧਰਤੀ ਤੋਂ ਮੁੰਡਾ ਆਇਆ ਸੀ ਉੱਥੇ ਇਸ ਨੂੰ ਲੈਵਾਂਤਰ ਕਿਹਾ ਜਾਂਦਾ ਸੀ ਕਿਉਂਕਿ ਇਹ ਸਮਝਿਆ ਜਾਂਦਾ ਸੀ ਕਿ ਇਸ ਦੇ ਵਿੱਚ ਨਾ ਸਿਰਫ ਮਾਰੂਥਲ ਦੀ ਰੇਤ ਹੀ ਸ਼ਾਮਿਲ ਹੁੰਦੀ ਹੈ, ਸਗੋਂ ਮੂਰ ਜੰਗਾਂ ਦੀਆਂ ਚੀਕਾਂ ਵੀ। ਦੂਰ ਚਰਗਾਹਾਂ ਤੋਂ ਪਾਰ ਜਿੱਥੇ ਉਸਦੀਆਂ ਭੇਡਾਂ ਰਹਿੰਦੀਆਂ ਸਨ, ਉੱਥੇ ਖਬਰੇ ਲੋਕ ਇਹ ਸੋਚਦੇ ਹੋਣ ਕਿ ਹਵਾ ਅੰਦਾਲੂਸ਼ੀਆ ਤੋਂ ਆ ਰਹੀ ਹੈ, ਪਰ ਅਸਲ ਵਿੱਚ ਤਾਂ ਹਵਾ ਕਿਤਿਓਂ ਵੀ ਨਹੀਂ ਸੀ ਆ ਰਹੀ ਹੁੰਦੀ ਅਤੇ ਨਾ ਹੀ ਇਹ ਕਿਤੇ ਜਾਂਦੀ ਸੀ। ਇਸੇ ਕਰਕੇ ਹੀ ਤਾਂ ਮਾਰੂਥਲ ਨਾਲੋਂ ਤਕੜੀ ਸੀ। ਹੋ ਸਕਦਾ ਹੈ ਕਿ ਕੋਈ ਜਣਾ ਕਿਸੇ ਦਿਨ ਮਾਰੂਥਲ ਵਿੱਚ ਦਰਖਤ ਉਗਾ ਲਵੇ ਅਤੇ ਇੱਥੇ ਭੇਡਾਂ ਵੀ ਪਾਲ ਲਵੇ, ਪਰ ਹਵਾ ਤੇ ਕੋਈ ਵੀ ਕਾਬੂ ਨਹੀਂ ਕਰ ਸਕਦਾ। ਹਵਾ ਕਹਿਣ ਲੱਗੀ, ਤੂੰ ਹਵਾ ਨਹੀਂ ਹੋ ਸਕਦਾ। ਅਸੀਂ ਦੋ ਅਲੱਗ-ਅਲੱਗ ਚੀਜ਼ਾਂ ਹਾਂ।
ਮੁੰਡਾ ਕਹਿਣ ਲੱਗਾ, ਇਹ ਸੱਚ ਨਹੀਂ ਹੈ। ਮੈਂ ਆਪਣੇ ਸਫ਼ਰ ਦੌਰਾਨ ਧਾਤਸਾਜ਼ ਦੇ ਭੇਤ ਸਿੱਖੇ ਹਨ। ਮੇਰੇ ਅੰਦਰ ਹਵਾਵਾਂ, ਮਾਰੂਥਲ, ਸਾਗਰ, ਤਾਰੇ ਅਤੇ ਇਸ ਕਾਇਨਾਤ ਵਿੱਚ ਸਿਰਜੀ ਹੋਈ ਹਰ ਚੀਜ਼ ਮੌਜੂਦ ਹੈ। ਅਸੀਂ ਸਭ ਇੱਕੋ ਹੀ ਹੱਥਾਂ ਨਾਲ ਬਣਾਏ ਹੋਏ ਹਾਂ ਅਤੇ ਸਾਡੇ ਸਭ ਦੇ ਅੰਦਰ ਇੱਕੋ ਹੀ ਆਤਮਾ ਹੈ। ਮੈਂ ਤੇਰੇ ਵਰਗਾ ਹੋਣਾ ਚਾਹੁੰਦਾ ਹਾਂ ਤਾਂ ਕਿ ਸੰਸਾਰ ਦਾ ਹਰ ਕੋਨਾ ਦੇਖ ਸਕਾਂ, ਸਾਗਰ ਪਾਰ ਕਰ ਸਕਾਂ, ਆਪਣੇ ਖਜ਼ਾਨੇ ਉਸਦੀ ਧੂੜ ਨੂੰ ਉਡਾ ਸਕਾਂ ਅਤੇ ਜਿਸ ਔਰਤ ਨੂੰ ਮੈਂ ਪਿਆਰ ਕਰਦਾ ਹਾਂ ਉਸ ਦੀ ਆਵਾਜ਼ ਨੂੰ ਆਪਣੇ ਨਾਲ ਲਿਜਾ ਸਕਾਂ। ਹਵਾ ਕਹਿਣ ਲੱਗੀ, ਬੀਤੇ ਦਿਨ ਤੂੰ ਧਾਤਸਾਜ਼ ਨਾਲ ਜਿਹੜੀਆਂ ਗੱਲਾਂ ਕਰ ਰਿਹਾ ਸੀ ਉਹ ਮੈਂ ਸੁਣੀਆਂ ਸਨ। ਉਸਨੇ ਕਿਹਾ ਸੀ ਕਿ ਹਰੇਕ ਦੀ ਆਪੋ ਆਪਣੀ ਹੋਣੀ ਹੁੰਦੀ ਹੈ, ਪਰ ਲੋਕ ਆਪਣੇ ਆਪ ਨੂੰ ਹਵਾ ਵਿੱਚ ਤਬਦੀਲ ਨਹੀਂ ਕਰ ਸਕਦੇ। ਮੁੰਡੇ ਨੇ ਬੇਨਤੀ ਕੀਤੀ, ਬਸ ਕੁਝ ਪਲਾਂ ਲਈ ਮੈਨੂੰ ਹਵਾ ਬਣਨਾ ਸਿਖਾ ਦੇ ਤਾਂ ਕਿ ਤੂੰ ਅਤੇ ਮੈਂ ਲੋਕਾਂ ਅਤੇ ਹਵਾਵਾਂ ਦੀਆਂ ਅਸੀਮ ਸੰਭਾਵਨਾਵਾਂ ਬਾਰੇ ਗੱਲਾਂ ਕਰ ਸਕੀਏ। ਹਵਾ ਦੀ ਉਤਸੁਕਤਾ ਜਾਗ ਪਈ ਸੀ, ਕਿਉਂਕਿ ਇਹ ਐਸੀ ਗੱਲ ਸੀ ਜਿਹੜੀ ਅੱਜ ਤੋਂ ਪਹਿਲਾਂ ਕਦੇ ਵੀ ਨਹੀਂ ਸੀ ਵਾਪਰੀ। ਇਹ ਇਹਨਾਂ ਚੀਜ਼ਾਂ ਬਾਰੇ ਗੱਲਾਂ ਕਰਨਾ ਚਾਹੁੰਦੀ ਸੀ, ਪਰ ਇਸ ਨੂੰ ਪਤਾ ਹੀ ਨਹੀਂ ਸੀ ਕਿ ਆਦਮੀ ਨੂੰ ਹਵਾ ਵਿੱਚ ਕਿਵੇਂ ਤਬਦੀਲ ਕੀਤਾ ਜਾ ਸਕਦਾ ਹੈ ਅਤੇ ਇਹੀ ਉਹ ਹਵਾ ਹੈ ਜਿਸ ਨੂੰ ਪਹਿਲਾਂ ਹੀ ਹੋਰ ਇੰਨੇ ਸਾਰੇ ਕੰਮ ਕਰਨੇ ਆਉਂਦੇ ਹਨ। ਇਸਨੇ ਮਾਰੂਥਲ ਬਣਾਏ, ਜਹਾਜ਼ ਡੋਬੇ, ਸਾਰੇ ਦੇ ਸਾਰੇ ਜੰਗਲ ਉਖਾੜ ਦਿੱਤੇ ਅਤੇ ਸ਼ਹਿਰਾਂ ਵਿੱਚ ਦੀ ਗੂੰਜਦੀ ਹੋਈ ਅਤੇ ਸੰਗੀਤ ਪੈਦਾ ਕਰਦੀ ਅਤੇ ਅਜੀਬ ਆਵਾਜ਼ਾਂ ਕੱਢਦੀ ਲੰਘੀ। ਇਸਨੇ ਮਹਿਸੂਸ ਕੀਤਾ ਕਿ ਇਸ ਦੀਆਂ ਕੋਈ ਸੀਮਾਵਾਂ ਨਹੀਂ। ਫਿਰ ਵੀ ਇੱਥੇ ਇੱਕ ਮੁੰਡਾ ਬੈਠਾ ਸੀ ਜਿਹੜਾ ਕਹਿ ਰਿਹਾ ਸੀ ਕਿ ਕੁਝ ਹੋਰ ਐਸੀਆਂ ਗੱਲਾਂ ਵੀ ਹਨ ਜਿਹੜੀਆਂ ਹਵਾ ਨੂੰ ਕਰਨੀਆਂ ਸਿੱਖਣੀਆਂ ਚਾਹੀਦੀਆਂ ਹਨ। ਮੁੰਡੇ ਨੇ ਭਾਪ ਲਿਆ ਸੀ ਕਿ ਹਵਾ ਉਸਦੀ ਬੇਨਤੀ ਪ੍ਰਵਾਨ ਹੀ ਕਰਨ ਵਾਲੀ ਹੈ। ਉਸ ਕਿਹਾ, ਇਸੇ ਨੂੰ ਅਸੀਂ ਪਿਆਰ ਕਹਿੰਦੇ ਹਾਂ। ਜਦੋਂ ਤੁਹਾਨੂੰ ਪਿਆਰ ਹੋ ਗਿਆ ਹੋਵੇ ਤਾਂ ਤੁਸੀਂ ਸਿਰਜਣਾ ਵਿੱਚ ਕੁਝ ਵੀ ਕਰ ਸਕਦੇ ਹੋ। ਜਦੋਂ ਤੁਸੀਂ ਪਿਆਰ ਕਰ ਰਹੇ ਹੋਵੋ ਤਾਂ ਤੁਹਾਨੂੰ ਇਹ ਸਮਝਣ ਦੀ ਬਿਲਕੁਲ ਹੀ ਲੋੜ ਨਹੀਂ ਪੈਂਦੀ ਕਿ ਕੀ ਵਾਪਰਿਆ ਹੈ, ਕਿਉਂਕਿ ਸਭ ਕੁਝ ਤੁਹਾਡੇ ਅੰਦਰ ਵਾਪਰ ਰਿਹਾ ਹੁੰਦਾ ਹੈ ਅਤੇ ਉਦੋਂ ਮਨੁੱਖ ਵੀ ਆਪਣੇ ਆਪ ਨੂੰ ਹਵਾ ਵਿੱਚ ਤਬਦੀਲ ਕਰ ਸਕਦਾ ਹੈ, ਪਰ ਇਸ ਲਈ ਜ਼ਰੂਰੀ ਹੈ ਕਿ ਹਵਾ ਉਸ ਦੀ ਮਦਦ ਕਰੇ। ਹਵਾ ਬੜੀ ਮਾਣਮੱਤੀ ਸੀ ਅਤੇ ਮੁੰਡੇ ਦੀਆਂ ਗੱਲਾਂ ਤੋਂ ਉਹ ਖਿੱਚਦੀ ਜਾ ਰਹੀ ਸੀ। ਇਹ ਪਹਿਲਾਂ ਨਾਲੋਂ ਤੇਜ਼ ਵਗਣ ਲੱਗੀ, ਜਿਸ ਨਾਲ ਮਾਰੂਥਲ ਦੀ ਰੇਤ ਉੱਡਣ ਲੱਗੀ। ਪਰ ਆਖਿਰਕਾਰ ਉਸ ਨੂੰ ਇਹ ਗੱਲ ਮੰਨਣੀ ਹੀ ਪਈ ਕਿ ਭਾਵੇਂ ਇਹ ਸੰਸਾਰ ਵਿੱਚ ਹਰ ਥਾਂ ਚਲੀ ਜਾਂਦੀ ਹੈ, ਫਿਰ ਵੀ ਇਹ ਨਹੀਂ ਜਾਣਦੀ ਕਿ ਕਿਸੇ ਮਨੁੱਖ ਨੂੰ ਹਵਾ ਵਿੱਚ ਕਿਵੇਂ ਬਦਲਣਾ ਹੈ ਅਤੇ ਇਸ ਨੂੰ ਪਿਆਰ ਬਾਰੇ ਵੀ ਕੁਝ ਨਹੀਂ ਸੀ ਪਤਾ। ਸੰਸਾਰ ਭਰ ਵਿੱਚ ਘੁੰਮਦਿਆਂ ਰਹਿਣ ਕਰਕੇ ਮੈਂ ਅਕਸਰ ਹੀ ਲੋਕਾਂ ਨੂੰ ਪਿਆਰ ਦੀਆਂ ਗੱਲਾਂ ਕਰਦੇ ਅਤੇ ਉੱਪਰ ਅਸਮਾਨ ਵੱਲ ਵੇਖਦੇ ਦੇਖਿਆ ਹੈ। ਸ਼ਾਇਦ ਅਸਮਾਨ ਨੂੰ ਪੁੱਛਣਾ ਹੀ ਠੀਕ ਰਹੇਗਾ। ਹਵਾ ਨੂੰ ਆਪਣੀਆਂ ਸੀਮਾਵਾਂ ਪ੍ਰਵਾਨ ਕਰਦੇ ਹੋਏ ਗੁੱਸਾ ਚੜ ਰਿਹਾ ਸੀ। ਮੁੰਡਾ ਕਹਿਣ ਲੱਗਾ, ਚਲੋ ਠੀਕ ਹੈ, ਤਾਂ ਫਿਰ ਇਸੇ ਕੰਮ ਵਿੱਚ ਮੇਰੀ ਮਦਦ ਕਰ। ਇਸ ਥਾਂ ਤੇ ਇੰਨਾ ਜ਼ੋਰਦਾਰ ਝੱਖੜ ਲਿਆ ਦੇ ਕਿ ਇਸ ਨਾਲ ਸੂਰਜ ਢਕਿਆ ਜਾਵੇ। ਉਦੋਂ ਮੈਂ ਆਪਣੀ ਅੱਖਾਂ ਚੁੰਧਿਆਇਆਂ ਬਿਨਾਂ ਸਵਰਗ ਵੱਲ ਦੇਖ ਸਕਾਂਗਾ। ਅਤੇ ਹਵਾ ਆਪਣੀ ਪੂਰੀ ਤਾਕਤ ਨਾਲ ਵਗਣ ਲੱਗੀ ਅਤੇ ਅਸਮਾਨ ਤੱਕ ਰੇਤ ਹੀ ਰੇਤ ਫੈਲ ਗਈ। ਸੂਰਜ ਸਿਰਫ ਇੱਕ ਸੁਨਹਿਰੀ ਟਿੱਕੀ ਵਰਗਾ ਹੀ ਰਹਿ ਗਿਆ ਸੀ। ਵਿੱਚ ਕੁਝ ਵੀ ਦੇਖ ਸਕਣਾ ਮੁਸ਼ਕਿਲ ਸੀ। ਮਾਰੂਥਲ ਦੇ ਲੋਕ ਇਸ ਤਰ੍ਹਾਂ ਦੀ ਹਵਾ ਦੇ ਪਹਿਲਾਂ ਹੀ ਆਦੀ ਸਨ। ਇਸ ਨੂੰ ਉਹ ਲੈਵਾਂਤ ਕਹਿੰਦੇ ਸਨ ਅਤੇ ਇਹ ਘੁੰਮਦੀ ਤੂਫਾਨ ਤੋਂ ਕਿਤੇ ਵੱਧ ਭੈੜੀ ਹੁੰਦੀ ਸੀ। ਉਹਨਾਂ ਦੇ ਘੋੜੇ ਚੀਕਣ ਲੱਗੇ ਅਤੇ ਸਾਰੇ ਹਥਿਆਰਾਂ ਵਿੱਚ ਰੇਤ ਭਰ ਗਈ। ਚੋਟੀ ਤੇ ਬੈਠੇ ਕਮਾਂਡਰਾਂ ਵਿੱਚੋਂ ਇੱਕ ਨੇ ਮੁਖੀਏ ਨੂੰ ਕਿਹਾ, ਸਾਨੂੰ ਇਹ ਸਾਰਾ ਕੁਝ ਰੋਕ ਦੇਣਾ ਚਾਹੀਦਾ ਹੈ। ਉਹਨਾਂ ਨੂੰ ਮੁੰਡਾ ਹਲਕਾ ਜਿਹਾ ਹੀ ਦਿਖਾਈ ਦੇ ਰਿਹਾ ਸੀ। ਉਹਨਾਂ ਦੇ ਚਿਹਰਿਆਂ ਤੇ ਨੀਲੇ ਕੱਪੜੇ ਦੇ ਨਿਕਾਬ ਸਨ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਡਰ ਦਿਖਾਈ ਦੇ ਰਿਹਾ ਸੀ। ਇਸ ਨੂੰ ਰੋਕ ਦਿੱਤਾ ਜਾਏ, ਇੱਕ ਹੋਰ ਕਮਾਂਡਰ ਨੇ ਕਿਹਾ। ਮੁਖੀਆ ਨੇ ਸਤਿਕਾਰ ਨਾਲ ਕਿਹਾ, ਮੈਂ ਅੱਲਾ ਦੀ ਮਹਾਨਤਾ ਦੇਖਣਾ ਚਾਹੁੰਦਾ ਹਾਂ। ਮੈਂ ਦੇਖਣਾ ਚਾਹੁੰਦਾ ਹਾਂ ਕਿ ਕੋਈ ਬੰਦਾ ਆਪਣੇ ਆਪ ਨੂੰ ਹਵਾ ਵਿੱਚ ਕਿਵੇਂ ਤਬਦੀਲ ਕਰ ਲੈਂਦਾ ਹੈ। ਪਰ ਉਸਨੂੰ ਆਪਣੇ ਮਨ ਦੇ ਵਿੱਚ ਹੀ ਇਹਨਾਂ ਦੋਨਾਂ ਬੰਦਿਆਂ ਦੇ ਨਾਂ ਨੋਟ ਕਰ ਲਏ ਜਿਨ੍ਹਾਂ ਨੇ ਡਰ ਦਾ ਪ੍ਰਗਟਾਵਾ ਕੀਤਾ ਸੀ। ਜਿਉਂ ਹੀ ਹਵਾ ਰੁਕੀ, ਉਹ ਇਹਨਾਂ ਨੂੰ ਇਹਨਾਂ ਦੇ ਅਹੁਦਿਆਂ ਤੋਂ ਹਟਾ ਦੇਵੇਗਾ, ਕਿਉਂਕਿ ਮਾਰੂਥਲ ਦੇ ਸੱਚੇ ਬੰਦੇ ਡਰਦੇ ਨਹੀਂ ਹੁੰਦੇ। ਮੁੰਡੇ ਨੇ ਸੂਰਜ ਨੂੰ ਕਿਹਾ, ਹਵਾ ਨੇ ਮੈਨੂੰ ਦੱਸਿਆ ਹੈ ਕਿ ਤੂੰ ਪਿਆਰ ਬਾਰੇ ਜਾਣਦਾ ਹੈ। ਜੇ ਤੈਨੂੰ ਪਿਆਰ ਬਾਰੇ ਪਤਾ ਹੈ ਤਾਂ ਤੈਨੂੰ ਅਨੰਤ ਦੀ ਆਤਮਾ ਦਾ ਵੀ ਪਤਾ ਹੋਏਗਾ, ਕਿਉਂਕਿ ਇਹ ਵੀ ਪਿਆਰ ਦੀ ਬਣੀ ਹੋਈ ਹੈ। ਸੂਰਜ ਨੇ ਜਵਾਬ ਦਿੱਤਾ, ਜਿੱਥੇ ਮੈਂ ਹਾਂ
ਉੱਥੇ ਮੈਂ ਅਨੰਤ ਦੀ ਆਤਮਾ ਨੂੰ ਦੇਖ ਸਕਦਾ ਹਾਂ। ਇਹ ਕਿਸੇ ਵੀ ਆਤਮਾ ਨਾਲ ਗੱਲ ਕਰ ਸਕਦੀ ਹੈ ਅਤੇ ਅਸੀਂ ਦੋਵੇਂ ਰਲ ਕੇ ਹੀ ਦਰਖਤ ਉਗਾਉਂਦੇ ਹਾਂ ਅਤੇ ਭੇਡਾਂ ਨੂੰ ਉਹਨਾਂ ਦੀ ਛਾਂ ਹੇਠ ਬਿਠਾਉਂਦੇ ਹਾਂ। ਮੈਂ ਧਰਤੀ ਤੋਂ ਬਹੁਤ ਦੂਰ ਹਾਂ, ਫਿਰ ਵੀ ਮੈਂ ਇੱਥੇ ਜਿੱਥੇ ਵੀ ਹਾਂ ਮੈਂ ਪਿਆਰ ਕਰਨਾ ਸਿੱਖਿਆ ਹੈ। ਮੈਂ ਜਾਣਦਾ ਹਾਂ ਕਿ ਜੇ ਮੈਂ ਧਰਤੀ ਦੇ ਥੋੜ੍ਹਾ ਜਿਹਾ ਵੀ ਨੇੜੇ ਆ ਗਿਆ ਤਾਂ ਇਸ ਸੰਸਾਰ ਵਿੱਚ ਸਭ ਕੁਝ ਖਤਮ ਹੋ ਜਾਏਗਾ ਤੇ ਅਨੰਤ ਦੀ ਆਤਮਾ ਦੀ ਹੋਂਦ ਨਹੀਂ ਰਹੇਗੀ। ਇਸ ਲਈ ਅਸੀਂ ਇੱਕ ਦੂਜੇ ਦਾ ਧਿਆਨ ਰੱਖਦੇ ਹਾਂ, ਇੱਕ ਦੂਜੇ ਨੂੰ ਚਾਹੁੰਦੇ ਹਾਂ ਅਤੇ ਮੈਂ ਇਸ ਨੂੰ ਜ਼ਿੰਦਗੀ ਅਤੇ ਤਪਸ਼ ਦਿੰਦਾ ਹਾਂ ਅਤੇ ਇਹ ਮੈਨੂੰ ਜਿਉਣ ਦਾ ਸਬਬ। ਤਾਂ ਤੂੰ ਪਿਆਰ ਬਾਰੇ ਜਾਣਦਾ ਹੈ? ਮੁੰਡੇ ਨੇ ਕਿਹਾ। ਮੈਂ ਅਨੰਤ ਦੀ ਆਤਮਾ ਵੀ ਜਾਣਦਾ ਹਾਂ, ਕਿਉਂਕਿ ਇਸ ਕਾਇਨਾਤ ਵਿੱਚ ਕਈ ਅਮੁੱਕ ਸਫ਼ਰਾਂ ਦੌਰਾਨ ਅਸੀਂ ਇੱਕ ਦੂਜੇ ਨਾਲ ਬੜੀਆਂ ਲੰਬੀਆਂ ਗੱਲਾਂ ਕੀਤੀਆਂ ਹਨ। ਇਸਨੇ ਮੈਨੂੰ ਦੱਸਿਆ ਹੈ ਕਿ ਹੁਣ ਤੱਕ ਦੀ ਇਸ ਦੀ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਕਿ ਸਿਰਫ ਖਣਿਜ ਪਦਾਰਥ ਅਤੇ ਸਬਜ਼ਾ ਹੀ ਇਹ ਗੱਲ ਸਮਝ ਸਕੇ ਹਨ ਕਿ ਸਭ ਵਸਤਾਂ ਇੱਕੋ ਹੀ ਹਨ, ਕਿ ਲੋਹੇ ਨੂੰ ਤਾਂਬੇ ਵਰਗਾ ਜਾਂ ਤਾਂਬੇ ਨੂੰ ਸੋਨੇ ਵਰਗਾ ਹੋਣ ਦੀ ਲੋੜ ਨਹੀਂ। ਹਰੇਕ ਚੀਜ਼ ਹੀ ਆਪੋ ਆਪਣੀ ਹੋਂਦ ਦਾ ਵੱਖੋ ਵੱਖਰਾ ਕਾਰਜ ਨਿਭਾਉਂਦੀ ਹੈ ਅਤੇ ਹਰੇਕ ਚੀਜ਼ ਹੀ ਅਮਨ ਦਾ ਸੰਗੀਤ ਹੋਣਾ ਸੀ। ਜੇਕਰ ਇਸ ਸਭ ਕਾਸੇ ਨੂੰ ਬਣਾਉਣ ਵਾਲੇ ਹੱਥਾਂ ਨੇ ਸਿਰਜਣਾ ਦੇ 5ਵੇਂ ਦਿਨ ਹੀ ਕੰਮ ਬੰਦ ਕਰ ਦਿੱਤਾ ਹੁੰਦਾ, ਪਰ 6ਵਾਂ ਦਿਨ ਵੀ ਤਾਂ ਸੀ। ਮੁੰਡੇ ਨੇ ਕਿਹਾ, ਤੂੰ ਸਿਆਣਾ ਹੈ ਕਿਉਂਕਿ ਦੂਰੀ ਤੋਂ ਸਭ ਚੀਜ਼ਾਂ ਦੇਖਦਾ ਹੈ, ਪਰ ਤੈਨੂੰ ਪਿਆਰ ਬਾਰੇ ਕੁਝ ਨਹੀਂ ਪਤਾ। ਜੇ 6ਵਾਂ ਦਿਨ ਨਾ ਆਉਂਦਾ ਤਾਂ ਮਨੁੱਖ ਦੀ ਹੋਂਦ ਹੀ ਨਾ ਹੁੰਦੀ। ਤਾਂਬਾ ਸਦਾ ਹੀ ਤਾਂਬਾ ਰਹਿ ਜਾਂਦਾ ਅਤੇ ਸਿੱਕਾ ਸਿਰਫ ਸਿੱਕਾ। ਇਹ ਸੱਚ ਹੈ ਕਿ ਹਰੇਕ ਚੀਜ਼ ਦੀ ਆਪੋ ਆਪਣੀ ਹੋਣੀ ਹੈ, ਪਰ ਇੱਕ ਦਿਨ ਇਹ ਹੋਣੀ ਪ੍ਰਾਪਤ ਹੋਣੀ ਹੀ ਹੈ। ਇਸ ਲਈ ਹਰੇਕ ਚੀਜ਼ ਨੇ ਹੀ ਕਿਸੇ ਨਾ ਕਿਸੇ ਬਿਹਤਰ ਚੀਜ਼ ਵਿੱਚ ਤਬਦੀਲ ਹੋਣਾ ਹੈ ਅਤੇ ਨਵੀਂ ਹੋਣੀ ਹਾਸਲ ਕਰਦੇ ਰਹਿਣਾ ਹੈ, ਉਦੋਂ ਤੱਕ ਜਦੋਂ ਤੱਕ ਅਨੰਤ ਦੀ ਆਤਮਾ ਸਿਰਫ ਇੱਕੋ ਹੀ ਚੀਜ਼ ਵਿੱਚ ਨਹੀਂ ਬਦਲ ਜਾਂਦੇ। ਸੂਰਜ ਨੇ ਇਸ ਬਾਰੇ ਸੋਚਿਆ ਅਤੇ ਪਹਿਲਾਂ ਨਾਲੋਂ ਵਧੇਰੇ ਤਪਸ਼ ਦੇਣ ਦਾ ਫੈਸਲਾ ਕੀਤਾ। ਹਵਾ ਉਹਨਾਂ ਦੀ ਗੱਲਬਾਤ ਦਾ ਸੁਆਦ ਲੈ ਰਹੀ ਸੀ ਅਤੇ ਇਸਨੇ ਹੋਰ ਜ਼ੋਰ ਨਾਲ ਵਗਣਾ ਸ਼ੁਰੂ ਕਰ ਦਿੱਤਾ ਤਾਂ ਕਿ ਸੂਰਜ ਦੀ ਰੌਸ਼ਨੀ ਨਾਲ ਮੁੰਡੇ ਦੀਆਂ ਅੱਖਾਂ ਨਾ ਚੁੰਧਿਆ ਜਾਣ। ਮੁੰਡਾ ਕਹਿਣ ਲੱਗਾ, ਇਸੇ ਲਈ ਤਾਂ ਧਾਤਸਾਜੀ ਦੀ ਹੋਂਦ ਹੈ, ਤਾਂ ਕਿ ਜਿਹੜਾ ਵੀ ਕੋਈ ਜਣਾ ਆਪਣੇ ਖਜ਼ਾਨੇ ਦੀ ਖੋਜ ਕਰਦਾ ਹੈ ਉਹ ਇਸ ਨੂੰ ਲੱਭ ਸਕੇ ਅਤੇ ਇਸ ਤੋਂ ਬਾਅਦ ਆਪਣੀ ਪਹਿਲਾਂ ਦੀ ਜ਼ਿੰਦਗੀ ਨਾਲੋਂ ਬਿਹਤਰ ਹੋਣ ਦੀ ਇੱਛਾ ਰੱਖੇ। ਸਿੱਕਾ ਉਨੀ ਦੇਰ ਤੱਕ ਆਪਣਾ ਕੰਮ ਕਰਦਾ ਰਹੇਗਾ ਜਿੰਨੀ ਦੇਰ ਤੱਕ ਸੰਸਾਰ ਨੂੰ ਸਿੱਕੇ ਦੀ ਲੋੜ ਪੈਂਦੀ ਰਹੇਗੀ। ਇਸ ਤੋਂ ਬਾਅਦ ਸਿੱਕੇ ਨੂੰ ਸੋਨੇ ਵਿੱਚ ਤਬਦੀਲ ਹੋਣਾ ਹੀ ਪਏਗਾ। ਇਹੀ ਉਹ ਕੰਮ ਹੈ ਜਿਹੜਾ ਧਾਤਸਾਜ ਕਰਦੇ ਹਨ। ਉਹ ਦਿਖਾਉਂਦੇ ਹਨ ਕਿ ਜਦੋਂ ਅਸੀਂ ਹੁਣ ਨਾਲੋਂ ਬਿਹਤਰ ਬਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੇ ਆਲੇ ਦੁਆਲੇ ਦੀ ਹਰੇਕ ਚੀਜ਼ ਬਿਹਤਰ ਬਣ ਜਾਂਦੀ ਹੈ। ਪਰ ਤੂੰ ਇਹ ਕਿਉਂ ਕਿਹਾ ਕਿ ਮੈਂ ਪਿਆਰ ਬਾਰੇ ਕੁਝ ਨਹੀਂ ਜਾਣਦਾ? ਸੂਰਜ ਨੇ ਮੁੰਡੇ ਨੂੰ ਪੁੱਛਿਆ। ਕਿਉਂਕਿ ਕਿਸੇ ਮਾਰੂਥਲ ਵਾਂਗ ਸਥਿਰ ਰਹਿ ਜਾਣਾ ਪਿਆਰ ਨਹੀਂ, ਨਾ ਹੀ ਹਵਾ ਵਾਂਗ ਸਾਰੇ ਸੰਸਾਰ ਵਿੱਚ ਘੁੰਮਦੇ ਰਹਿਣਾ ਹੀ ਪਿਆਰ ਹੈ। ਕਿਸੇ ਚੀਜ਼ ਨੂੰ ਦੂਰੀ ਤੋਂ ਦੇਖਣਾ ਵੀ ਪਿਆਰ ਨਹੀਂ, ਜਿਵੇਂ ਕਿ ਤੂੰ ਕਰਦਾ ਹੈ। ਪਿਆਰ ਤਾਂ ਐਸੀ ਸ਼ਕਤੀ ਹੈ ਜਿਹੜੀ ਅਨੰਤ ਦੀ ਆਤਮਾ ਨੂੰ ਸ਼ੁੱਧ ਕਰਦੀ ਹੈ। ਜਦੋਂ ਮੈਂ ਪਹਿਲੀ ਵਾਰੀ ਇਸ ਆਤਮਾ ਤੱਕ ਪਹੁੰਚਿਆ ਸਾਂ ਤਾਂ ਮੈਂ ਸੋਚਿਆ ਸੀ ਕਿ ਅਨੰਤ ਦੀ ਆਤਮਾ ਸੰਪੂਰਨ ਹੈ, ਪਰ ਮਗਰੋਂ ਮੈਂ ਇਹ ਦੇਖਣ ਦੇ ਯੋਗ ਹੋ ਸਕਿਆ ਕਿ ਇਹ ਵੀ ਸਿਰਜਣਾ ਦੇ ਹੋਰ ਪਹਿਲੂਆਂ ਵਰਗੀ ਹੀ ਹੈ ਅਤੇ ਇਸ ਦੀਆਂ ਆਪਣੀਆਂ ਭਾਵਨਾਵਾਂ ਅਤੇ ਜੰਗਾਂ ਹਨ। ਅਸੀਂ ਹੀ ਹਾਂ ਜਿਹੜੇ ਅਨੰਤ ਦੀ ਆਤਮਾ ਨੂੰ ਖੁਰਾਕ ਦਿੰਦੇ ਹਾਂ ਅਤੇ ਜਿਹੜੇ ਸੰਸਾਰ ਵਿੱਚ ਅਸੀਂ ਰਹਿੰਦੇ ਹਾਂ ਉਹ ਉਸੇ ਹਿਸਾਬ ਨਾਲ ਹੀ ਚੰਗਾ ਜਾਂ ਮੰਦਾ ਬਣੇਗਾ ਜਿਸ ਹਿਸਾਬ ਨਾਲ ਅਸੀਂ ਚੰਗੇ ਜਾਂ ਮੰਦੇ ਬਣਾਂਗੇ। ਅਤੇ ਇਸੇ ਕਰਕੇ ਹੀ ਪਿਆਰ ਦੀ ਤਾਕਤ ਦੀ ਲੋੜ ਪੈਂਦੀ ਹੈ, ਕਿਉਂਕਿ ਜਦੋਂ ਅਸੀਂ ਪਿਆਰ ਕਰਦੇ ਹਾਂ ਤਾਂ ਅਸੀਂ ਹੁਣ ਨਾਲੋਂ ਬਿਹਤਰ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਫਿਰ ਮੇਰੇ ਕੋਲੋਂ ਤੈਨੂੰ ਕੀ ਚਾਹੀਦਾ ਹੈ? ਸੂਰਜ ਨੇ ਪੁੱਛਿਆ। ਮੈਂ ਚਾਹੁੰਦਾ ਹਾਂ ਕਿ ਤੂੰ ਮੈਨੂੰ ਹਵਾ ਬਣਨ ਵਿੱਚ ਮਦਦ ਕਰੇ, ਮੁੰਡੇ ਨੇ ਜਵਾਬ ਦਿੱਤਾ। ਸੂਰਜ ਨੇ ਕਿਹਾ, ਕੁਦਰਤ ਜਾਣਦੀ ਹੈ ਕਿ ਮੈਂ ਉਤਪਤੀ ਦੀ ਸਭ ਤੋਂ ਸਿਆਣੀ ਬਣਤਰ ਹਾਂ, ਪਰ ਮੈਂ ਵੀ ਨਹੀਂ ਜਾਣਦਾ ਕਿ ਤੈਨੂੰ ਹਵਾ ਵਿੱਚ ਕਿਵੇਂ ਬਦਲ ਦੇਵਾਂ। ਤਾਂ ਫਿਰ ਮੈਂ ਕਿਸ ਕੋਲੋਂ ਪੁੱਛਾਂ? ਸੂਰਜ ਨੇ ਪਲ ਭਰ ਲਈ ਸੋਚਿਆ। ਹਵਾ ਬੜੇ ਧਿਆਨ ਨਾਲ ਸੁਣ ਰਹੀ ਸੀ ਅਤੇ ਸਾਰੇ ਸੰਸਾਰ ਨੂੰ ਇਹ ਦੱਸਣ ਲਈ ਕਾਹਲੀ ਸੀ ਕਿ ਸੂਰਜ ਦੀ ਸਿਆਣਪ ਵੀ ਅਸੀਮ ਨਹੀਂ ਹੈ। ਇਹ ਵੀ ਕਿ ਉਹ ਉਸ ਮੁੰਡੇ ਦੀ ਗੱਲ ਨਹੀਂ ਸੀ ਮੰਨ ਸਕਿਆ ਜਿਹੜਾ ਅਨੰਤ ਦੀ ਭਾਸ਼ਾ ਬੋਲਦਾ ਸੀ। ਆਖਿਰਕਾਰ ਸੂਰਜ ਨੇ ਕਿਹਾ, ਉਸ ਨਾਲ ਗੱਲ ਕਰ ਜਿਸ ਦੇ ਹੱਥਾਂ ਨੇ ਸਭ ਕੁਝ ਲਿਖਿਆ ਹੈ। ਹਵਾ ਖੁਸ਼ੀ ਨਾਲ ਚੀਕ ਪਈ ਅਤੇ ਹੋਰ ਤੇਜ਼ੀ ਨਾਲ ਵਗਣ ਲੱਗੀ।
ਜ਼ਮੀਨ ਵਿੱਚ ਗੱਡੇ ਹੋਏ ਤੰਬੂ ਉੱਡ ਰਹੇ ਸਨ ਅਤੇ ਜਾਨਵਰ ਆਪੋ ਆਪਣੇ ਕਿੱਲਿਆਂ ਤੋਂ ਖੁੱਲ੍ਹ ਰਹੇ ਸਨ। ਪਹਾੜੀ ਦੇ ਉੱਤੇ ਬੈਠੇ ਲੋਕ ਇੱਕ ਦੂਜੇ ਨੂੰ ਫੜ ਰਹੇ ਸਨ ਤਾਂ ਕਿ ਉਹ ਉੱਡਣ ਤੋਂ ਬਚ ਸਕਣ। ਮੁੰਡੇ ਨੇ ਉਹਨਾਂ ਹੱਥਾਂ ਵੱਲ ਮੂੰਹ ਕੀਤਾ ਜਿਨ੍ਹਾਂ ਨੇ ਸਭ ਕੁਝ ਲਿਖਿਆ ਸੀ। ਜਿਉਂ ਹੀ ਉਸਨੇ ਇੰਝ ਕੀਤਾ, ਉਸ ਮਹਿਸੂਸ ਕੀਤਾ ਕਿ ਸਾਰੀ ਕਾਇਨਾਤ ਚੁੱਪ ਹੋ ਗਈ ਸੀ ਅਤੇ ਉਸਨੇ ਬੋਲਣ ਦਾ ਫੈਸਲਾ ਕੀਤਾ। ਉਸ ਦੇ ਦਿਲ ਵਿੱਚੋਂ ਪਿਆਰ ਦੀ ਇੱਕ ਤਰੰਗ ਉੱਠੀ ਅਤੇ ਮੁੰਡੇ ਨੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਇਹ ਉਹ ਪ੍ਰਾਰਥਨਾ ਸੀ ਜਿਹੜੀ ਉਸਨੇ ਪਹਿਲਾਂ ਕਦੇ ਵੀ ਨਹੀਂ ਸੀ ਕੀਤੀ, ਕਿਉਂਕਿ ਇਸ ਵਿੱਚ ਨਾ ਸ਼ਬਦ ਸੀ ਅਤੇ ਨਾ ਹੀ ਕੋਈ ਮੰਗ। ਉਸ ਦੀ ਪ੍ਰਾਰਥਨਾ ਵਿੱਚ ਇਸ ਗੱਲ ਦਾ ਧੰਨਵਾਦ ਨਹੀਂ ਸੀ ਕਿ ਉਸਦੀਆਂ ਭੇਡਾਂ ਨੂੰ ਨਵੀਆਂ ਚਰਾਗਾਹਾਂ ਮਿਲ ਗਈਆਂ ਹਨ। ਇਹ ਪ੍ਰਾਰਥਨਾ ਇਹ ਵੀ ਨਹੀਂ ਸੀ ਆਖ ਰਹੀ ਕਿ ਮੁੰਡਾ ਪਹਿਲਾਂ ਨਾਲੋਂ ਵਧੇਰੇ ਕੱਚ ਦਾ ਸਮਾਨ ਵੇਚ ਸਕੇ। ਉਹ ਇਹ ਪ੍ਰਾਰਥਨਾ ਇਹ ਵੀ ਮੰਗ ਨਹੀਂ ਸੀ ਕਰ ਰਹੀ ਕਿ ਜਿਸ ਔਰਤ ਨੂੰ ਉਹ ਪਿਆਰ ਕਰਦਾ ਹੈ ਉਹ ਉਸਦੀ ਵਾਪਸੀ ਤੱਕ ਉਸਦੀ ਉਡੀਕ ਕਰਦੀ ਰਹੇ। ਇਸ ਚੁੱਪ ਵਿੱਚ ਮੁੰਡੇ ਨੇ ਸਮਝਿਆ ਕਿ ਮਾਰੂਥਲ, ਹਵਾ ਅਤੇ ਸੂਰਜ ਵੀ ਉਹਨਾਂ ਹੱਥਾਂ ਵੱਲੋਂ ਲਿਖੀਆਂ ਨਿਸ਼ਾਨੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ, ਆਪੋ ਆਪਣੇ ਰਸਤਿਆਂ ਤੇ ਤੁਰਨਾ ਲੱਭ ਰਹੇ ਹਨ ਅਤੇ ਉਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਜਿਹੜੀ ਇੱਕੋ ਪੰਨੇ ਦੀ ਟਿੱਕੀ ਤੇ ਲਿਖੀ ਹੋਈ ਹੈ। ਉਸਨੇ ਦੇਖਿਆ ਕਿ ਨਿਸ਼ਾਨੀਆਂ ਸਾਰੀ ਧਰਤੀ ਤੇ ਅਤੇ ਸਾਰੇ ਪੁਲਾੜ ਤੇ ਫੈਲੀਆਂ ਹੋਈਆਂ ਸਨ ਅਤੇ ਇਹਨਾਂ ਦੀ ਹੋਂਦ ਨਾਲ ਕੋਈ ਤਰਕ ਜਾਂ ਮਹੱਤਤਾ ਨਹੀਂ ਸੀ ਜੁੜੀ ਹੋਈ। ਉਹ ਦੇਖ ਸਕਦਾ ਸੀ ਕਿ ਨਾ ਮਾਰੂਥਲ, ਨਾ ਹਵਾਵਾਂ, ਨਾ ਸੂਰਜ ਅਤੇ ਨਾ ਹੀ ਲੋਕ ਇਹ ਜਾਣਦੇ ਸਨ ਕਿ ਉਹਨਾਂ ਦੀ ਉਤਪਤੀ ਕਿਉਂ ਹੋਈ ਸੀ। ਪਰ ਉਤਪਤੀ ਕਰਨ ਬਾਰੇ ਕੋਈ ਨਾ ਕੋਈ ਤਾਂ ਤਰਕ ਹੋਵੇਗਾ ਹੀ ਕਿ ਇਹ ਵੀ ਕਿ ਸਿਰਫ ਉਹੀ ਕਰਾਮਾਤਾਂ ਕਰ ਸਕਦਾ ਹੈ ਜਾਂ ਸਮੁੰਦਰ ਨੂੰ ਮਾਰੂਥਲ ਵਿੱਚ ਬਦਲ ਸਕਦਾ ਹੈ ਜਾਂ ਮਨੁੱਖ ਨੂੰ ਹਵਾ ਵਿੱਚ, ਕਿਉਂਕਿ ਉਹੀ ਜਾਣਦਾ ਹੈ ਕਿ ਇਹ ਇੱਕ ਬੜਾ ਵੱਡਾ ਨਿਸ਼ਾਨਾ ਸੀ ਜਿਸ ਕਾਰਨ ਕਾਇਨਾਤ ਐਸੇ ਥਾਂ ਤੇ ਪਹੁੰਚਿਆ ਕਿ 6ਵੇਂ ਦਿਨ ਉਹਨਾਂ ਹੱਥਾਂ ਨੂੰ ਸਭ ਤੋਂ ਉੱਤਮ ਚੀਜ਼ ਬਣਾਉਣੀ ਪਈ। ਮੁੰਡਾ ਅਨੰਤ ਦੀ ਆਤਮਾ ਤੱਕ ਪਹੁੰਚਿਆ ਅਤੇ ਦੇਖਿਆ ਕਿ ਇਹ ਤਾਂ ਈਸ਼ਵਰ ਦੀ ਆਤਮਾ ਦਾ ਹੀ ਹਿੱਸਾ ਸੀ ਅਤੇ ਉਸਨੇ ਦੇਖਿਆ ਕਿ ਈਸ਼ਵਰ ਦੀ ਆਤਮਾ ਤਾਂ ਉਸਦੀ ਆਪਣੀ ਆਤਮਾ ਹੀ ਸੀ ਅਤੇ ਇਹ ਵੀ ਕਿ ਉਹ ਭਾਵੇਂ ਇੱਕ ਮੁੰਡਾ ਜਿਹਾ ਹੀ ਹੈ ਫਿਰ ਵੀ ਕਰਾਮਾਤਾਂ ਕਰ ਸਕਦਾ ਹੈ। ਅਗਲਾ ਅੰਕ। ਉਸ ਦਿਨ ਲੈਵਾਂਤ ਹਵਾ ਇੰਨੀ ਤੇਜ਼ੀ ਨਾਲ ਵਗੀ ਜਿੰਨੀ ਤੇਜ਼ੀ ਨਾਲ ਪਹਿਲਾਂ ਕਦੀ ਨਹੀਂ ਸੀ ਵਗੀ। ਉਸ ਤੋਂ ਬਾਅਦ ਦੀਆਂ ਕਈ ਪੁਸ਼ਤਾਂ ਤੱਕ ਅਰਬ ਉਸ ਮੁੰਡੇ ਦੀ ਕਹਾਣੀ ਸੁਣਾਉਂਦੇ ਰਹੇ ਜਿਸਨੇ ਆਪਣੇ ਆਪ ਨੂੰ ਹਵਾ ਵਿੱਚ ਬਦਲ ਲਿਆ ਸੀ ਅਤੇ ਮਾਰੂਥਲ ਦੇ ਸਭ ਤੋਂ ਸ਼ਕਤੀਸ਼ਾਲੀ ਮੁਖੀਏ ਨੂੰ ਚੈਲੰਜ ਕਰਦੇ ਹੋਏ ਉਸਦੇ ਫੌਜੀ ਕੈਂਪ ਨੂੰ ਲਗਭਗ ਤਬਾਹ ਹੀ ਕਰ ਦਿੱਤਾ ਸੀ। ਜਦੋਂ ਹਵਾ ਵਗਣੀ ਸ਼ੁਰੂ ਹੋਈ ਤਾਂ ਸਭ ਜਣਿਆਂ ਨੇ ਉਸ ਥਾਂ ਵੱਲ ਦੇਖਿਆ ਜਿੱਥੇ ਮੁੰਡਾ ਬੈਠਾ ਸੀ, ਪਰ ਉਹ ਉੱਥੇ ਨਹੀਂ ਸੀ। ਉਹ ਤਾਂ ਕੈਂਪ ਦੇ ਪਰਲੇ ਪਾਸੇ ਉਸ ਸੰਤਰੀ ਦੇ ਕੋਲ ਖੜਾ ਸੀ ਜਿਹੜਾ ਧੂੜ ਨਾਲ ਅੱਟਿਆ ਪਿਆ ਸੀ। ਲੋਕ ਉਸਦੇ ਤੰਤਰ ਤੋਂ ਡਰ ਗਏ ਸਨ, ਪਰ 2 ਲੋਕ ਐਸੇ ਵੀ ਸਨ ਜਿਹੜੇ ਮੁਸਕਰਾ ਰਹੇ ਸਨ। ਇਹਨਾਂ ਵਿੱਚੋਂ ਇੱਕ ਧਾਂਦਸਾ ਸੀ ਕਿਉਂਕਿ ਉਸ ਨੂੰ ਆਪਣਾ ਸਹੀ ਚੇਲਾ ਮਿਲ ਗਿਆ ਸੀ ਅਤੇ ਦੂਜਾ ਮੁਖੀਆ ਸੀ ਕਿਉਂਕਿ ਉਸ ਚੇਲੇ ਨੇ ਅੱਲਾ ਦੀ ਸ਼ਾਨ ਨੂੰ ਸਮਝ ਲਿਆ ਸੀ। ਅਗਲੇ ਦਿਨ ਮੁਖੀਏ ਨੇ ਮੁੰਡੇ ਅਤੇ ਧਾਂਦਸਾਜ਼ ਨੂੰ ਅਲਵਿਦਾ ਕਹੀ ਅਤੇ ਉਹਨਾਂ ਦੇ ਨਾਲ ਇੱਕ ਫੌਜੀ ਦਸਤਾ ਵੀ ਭੇਜਿਆ ਜਿਸਨੇ ਉਨੀ ਦੇਰ ਤੱਕ ਉਹਨਾਂ ਦੇ ਨਾਲ ਰਹਿਣਾ ਸੀ ਜਿੰਨੀ ਦੇਰ ਤੱਕ ਉਹ ਚਾਹੁਣ।